सो आपने देख लिया कि ਜਿਹੜੇ ਇਹ ਲੋਕ ਉੱਥੇ ਪਹੁੰਚੇ ਸੀ, ਇਹ ਜਿਹੜੇ ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦੇ ਜੋ ਲੀਡਰ ਨੇ, ਇਹ ਉਹਨਾਂ ਵੱਲੋਂ ਭੇਜੇ ਹੋਏ ਬੰਦੇ ਸੀ। ਥੋੜੀ ਜਿਹੀ ਆਵਾਜ਼ ਕਰਿਓ। ਇਹ ਬੰਦੇ ਉਹਨਾਂ ਵੱਲੋਂ ਭੇਜੇ ਗਏ ਸੀ ਜੋ ਕਾਂਗਰਸ ਪਾਰਟੀ ਦੇ ਲੀਡਰ ਨੇ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਨੇ। ਤੁਹਾਡੇ ਸਾਹਮਣੇ ਅਸੀਂ ਜ਼ਾਹਰ ਕੀਤੇ। ਜਿਹੜੀ ਗੱਲ ਮੈਂ ਤੁਹਾਡੇ ਅੱਗੇ ਰੱਖਣੀ ਚਾਹੁੰਦਾ, ਤੁਸੀਂ ਦੇਖ ਲਿਆ ਵੀ ਕਿਸ ਤਰ੍ਹਾਂ ਨਾਲ ਇਹਨਾਂ ਬੰਦਿਆਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਪਾਂ ਗੱਲ ਕਰਦੇ ਹਾਂ ਕਿਸਾਨੀ ਦੀ। ਮੈਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰੋਲ ਹੈ ਕਿਸਾਨ ਅੰਦੋਲਨ ਨੂੰ ਲੈ ਕੇ, ਜੋ ਇਹ ਐਕਟ ਬਣੇ ਨੇ ਉਹਦੇ ਬਾਰੇ ਮੈਂ ਥੋੜਾ ਚਾਨਣਾ ਤੁਹਾਨੂੰ ਪਾਉਣਾ ਚਾਹੁੰਦਾ। ਜਦੋਂ ਇਹ ਐਕਟ ਲੈ ਕੇ ਆਉਣ ਦੀ ਗੱਲ ਹੋਈ, ਜਦੋਂ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੇ ਵਿੱਚ ਬੀਜੇਪੀ ਦਾ ਭਾਈਵਾਲ ਸੀ, ਸਾਨੂੰ ਇਹ ਗੱਲ ਕਹੀ ਗਈ ਕਿ ਬੀਜੇਪੀ ਵੱਲੋਂ, ਕੇਂਦਰ ਦੀ ਸਰਕਾਰ ਵੱਲੋਂ, ਕਿ ਜਿਹੜੀ ਸਵਾਮੀਨਾਥਨ ਰਿਪੋਰਟ ਹੈ, ਅਸੀਂ ਸਵਾਮੀਨਾਥਨ ਰਿਪੋਰਟ ਨੂੰ ਇਨ ਬਿਨ ਲਾਗੂ ਕਰਨ ਲੱਗੇ ਹਾਂ ਤਾਂ ਕਿ ਜਿਹੜੇ ਫਾਰਮਰਸ ਦੀ ਇੰਨੀ ਮੰਦੀ ਹਾਲਤ ਹੈ ਉਹ ਠੀਕ ਹੋ ਸਕੇ ਤੇ ਇਹਨਾਂ ਦੀ ਆਮਦਨ ਦੁੱਗਣੀ ਹੋ ਸਕੇ। ਸਾਨੂੰ ਇਸ ਗੱਲ ਦਾ ਭਰੋਸਾ ਦਵਾਇਆ ਗਿਆ ਤੇ ਜਦੋਂ ਸਾਨੂੰ ਉਹਨਾਂ ਨੇ ਇਹ ਗੱਲ ਦੱਸੀ ਤਾਂ ਸਾਨੂੰ ਬੜਾ ਚਾਅ ਹੋਇਆ ਵੀ ਚਲੋ ਅਸੀਂ ਜੋ ਪੰਜਾਬ ਹੈ, ਇੱਕ ਕਿਸਾਨੀ ਤੇ ਨਿਰਭਰ ਸੂਬਾ ਹੈ, ਵੀ ਸਾਡਾ ਕਿਸਾਨਾਂ ਦਾ ਮੁੱਦਾ ਹੱਲ ਹੋਣ ਲੱਗਿਆ, ਕਿਸਾਨਾਂ ਦੀ ਜੂਨ ਸੁਧਰ ਜੂਗੀ। ਜਦੋਂ ਇਹ ਗੱਲ, ਵਿਸ਼ਵਾਸ ਸਾਨੂੰ ਕਿਉਂ ਸੀ ਵੀ ਸਾਡੀ ਗੱਲ ਜਿਹੜੀ ਇਹ ਕਰ ਰਹੇ ਨੇ ਇਹਨਾਂ ਨੇ ਕਰ ਦੇਣੀ ਹੈ, ਪਰ ਮੌਕੇ ਤੇ ਹੁੰਦਾ ਕੀ ਹੈ, ਜਦੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਜੋ ਐਕਟ ਦੇ ਵਿੱਚ ਕਿਸਾਨਾਂ ਦੇ ਲਈ ਨਹੀਂ, ਇਹ ਪ੍ਰਾਈਵੇਟ ਘਰਾਣਿਆਂ ਲਈ ਇਹ ਐਕਟ ਬਣਾਏ ਜਾ ਰਹੇ ਨੇ, ਅਸੀਂ ਨਾਲ ਦੀ ਨਾਲ ਉਸ ਚੀਜ਼ ਦੇ ਉੱਤੇ ਰੌਲਾ ਪਾਉਣਾ ਸ਼ੁਰੂ ਕੀਤਾ। ਕਿਸਾਨ ਜਥੇਬੰਦੀ ਨਾਲ ਸਾਡੀਆਂ ਮੀਟਿੰਗਾਂ ਹੋਈਆਂ, ਇਹ ਤੁਸੀਂ ਔਨ ਰਿਕਾਰਡ ਆ। ਪ੍ਰਧਾਨ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉਹਨਾਂ ਨਾਲ ਮੀਟਿੰਗਾਂ ਕੀਤੀਆਂ। ਉਹਨਾਂ ਨੇ ਕਿਹਾ ਕਿ ਤੁਸੀਂ ਜੋ ਚਾਹੁੰਦੇ ਹੋ ਮੈਂ ਉੱਥੇ ਲੈ ਕੇ ਜਾਊਂਗਾ। ਮੈਂ ਕਾਂਗਰਸ ਦੀ ਜੋ ਬੀਜੇਪੀ ਦੀ ਸਰਕਾਰ ਹੈ ਸੈਂਟਰ ਦੇ ਵਿੱਚ, ਮੈਂ ਉਹਨਾਂ ਤੋਂ ਮਨਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ। ਤੇ ਜਦੋਂ ਅਸੀਂ ਉਹਨਾਂ ਕੋਲ ਲੈ ਕੇ ਗਏ, ਉਹਨਾਂ ਨੇ ਸਾਨੂੰ ਇੱਕ ਗੱਲ ਕਹੀ, ਜੋ ਤੋਮਰ ਸਾਹਿਬ ਨੇ ਜਾਂ ਅਮਿਤ ਸ਼ਾਹ ਨੇ, ਕਿ ਤੁਸੀਂ ਬੇਫਿਕਰ ਹੋ ਜਾਓ ਜੀ, ਜਿਹੜਾ ਅਮੈਂਡਮੈਂਟ ਤੁਸੀਂ ਚਾਹੁੰਦੇ ਹੋ ਅਸੀਂ 100% ਤੁਹਾਡੀ ਅਮੈਂਡਮੈਂਟ ਕਰਕੇ ਦੇਵਾਂਗੇ। ਇਹ ਹਲੇ ਡਰਾਫਟ ਆ, ਇਹ ਖਰੜਾ, ਜਦੋਂ ਇਹ ਬਿੱਲ ਦੇ ਰੂਪ 'ਚ ਲੈ ਕੇ ਆਵਾਂਗੇ, ਜੋ ਚੇਂਜਸ ਤੁਸੀਂ ਕਹਿੰਦੇ ਹੋ ਅਸੀਂ ਚੇਂਜਸ ਤੁਹਾਡੇ ਕਰਾਂਗੇ। ਅਸੀਂ ਉਸ ਚੀਜ਼ 'ਤੇ ਸੈਟਿਸਫਾਈ ਹੋਏ, ਉਸ ਤੇ ਯਕੀਨ ਕੀਤਾ। ਕਿਉਂ ਯਕੀਨ ਕੀਤਾ, ਇਹ ਵੀ ਸੁਣਨ ਵਾਲੀ ਗੱਲ ਹੈ। ਅਸੀਂ ਕਿਉਂ ਯਕੀਨ ਕੀਤਾ ਬੀਜੇਪੀ ਤੇ? ਕਿਉਂਕਿ ਜਦੋਂ ਅਸੀਂ ਪਹਿਲਾਂ ਕੋਈ ਕੱਸੀਆਂ ਪੱਕੀਆਂ ਹੋਈਆਂ, ਜਿਹੜੇ ਲੋਕਾਂ ਦੇ ਪਾਣੀ ਨਹਿਰਾਂ ਦਾ ਪਹੁੰਚਿਆ, ਟੇਲਾਂ ਤੱਕ ਪਾਣੀ ਪਹੁੰਚਿਆ, ਮੋਗੇ ਲਾਏ ਗਏ, ਇਹ ਕਿਹਨੇ ਲਵਾਏ? ਇਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਲੱਗੇ। ਸਾਰੇ ਮੋਗੇ ਜਿੰਨੇ ਵੀ ਹੈਗੇ ਅੱਜ ਉਹ ਜ਼ਮੀਨਾਂ ਬਿਲਕੁਲ ਆਬਾਦ ਨੇ, ਉਪਜਾਊ ਜ਼ਮੀਨਾਂ ਨੇ। ਸੇਮ ਨਾਲੇ, ਜਿੱਥੇ ਸੇਮ ਨੇ ਬੁਰੀ ਹਾਲਤ ਕੀਤੀ ਪਈ ਸੀ ਮਾਲਵੇ ਦੀ, ਸੇਮ ਕਰਕੇ ਕੋਈ ਫਸਲ ਨਹੀਂ ਸੀ ਹੁੰਦੀ, ਸੇਮ ਨਾਲੇ ਕੱਢੇ, ਅੱਜ ਉੱਥੇ ਐਨ ਲੈ ਲਹਾਉਂਦੀਆਂ ਉੱਥੇ ਫਸਲਾਂ ਹੁੰਦੀਆਂ ਨੇ। ਇਹ ਸੇਮ ਨਾਲੇ ਵੀ ਸ਼੍ਰੋਮਣੀ ਅਕਾਲੀ ਦਲ ਵੇਲੇ ਕੱਢੇ ਗਏ। ਜੇ ਬਿਜਲੀ ਦੇ ਬਿੱਲ ਟਿਊਬਵੈੱਲਾਂ ਦੇ ਮਾਫ ਕੀਤੇ, ਕਿਹਨੇ ਮਾਫ ਕੀਤੇ? ਇਹ ਸ਼੍ਰੋਮਣੀ ਅਕਾਲੀ ਦਲ ਨੇ ਮਾਫ ਕੀਤੇ। ਤੇ ਅਸੀਂ ਉਦੋਂ ਕੋਈ ਫਾਰਮ ਨਹੀਂ ਸੀ ਭਰਾਏ, ਵੀ ਫਾਰਮ ਭਰੋ ਫਿਰ ਤੁਹਾਡੇ ਟਿਊਬਵੈੱਲਾਂ ਦੇ ਬਿੱਲ ਮਾਫ ਕਰਾਂਗੇ। ਇੱਕ ਵਾਰੀ ਬਾਲ ਸਾਹਿਬ ਨੇ ਹੁਕਮ ਕਰਤਾ ਕਿ ਜੇ ਕਿਸਾਨਾਂ ਦੇ ਬਿਜਲੀ ਦੇ ਬਿੱਲ ਮਾਫ ਕਰਨੇ ਟਿਊਬਵੈੱਲਾਂ ਤਾਂ ਹੋਣਗੇ, ਕਿਸੇ ਨੂੰ ਫਾਰਮ ਭਰਨ ਦੀ ਲੋੜ ਨਹੀਂ ਸੀ, ਕੋਈ ਡਰਾਮੇ ਨਹੀਂ ਕੀਤੇ ਹੈਗੇ। ਤੇ ਇਹੀ ਕਾਂਗਰਸ ਆ, ਜਦੋਂ ਪਿਛਲੀ ਵਾਰ ਜੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਸੀ, ਨਾਲ ਦੀ ਨਾਲ ਬਿਜਲੀ ਦੇ ਬਿੱਲ ਲਾਤੇ ਸੀ। ਇਹ ਤੁਹਾਡੇ ਸਾਹਮਣੇ ਔਨ ਰਿਕਾਰਡ ਆ। ਟਰੈਕਟਰ ਜਿਹਦੇ ਉੱਤੇ ਅੱਜ ਸਾਡਾ ਨੌਜਵਾਨ ਵੀਰ ਬੜੇ ਮਾਣ ਨਾਲ ਚੜ੍ਹਦਾ ਉੱਤੇ, ਉਹਦੇ ਉੱਤੇ ਟੈਕਸ ਹੁੰਦਾ ਸੀ ਪਹਿਲਾਂ। ਜਦੋਂ ਆਪਾਂ ਗੱਡੀ ਲੈਂਦੇ ਆ ਨਾ, ਗੱਡੀ ਦਾ ਟੈਕਸ ਦੇਖੋ ਕਿੰਨਾ। ਅਸੀਂ ਜੋ ਬਾਦਲ ਸਾਹਿਬ ਨੇ ਫੈਸਲਾ ਕੀਤਾ ਕਿ ਜੋ ਟਰੈਕਟਰ ਆ ਉਹ ਜ਼ਿਮੀਂਦਾਰ ਦਾ ਗੱਡਾ ਉਹ ਤੋਂ ਟੈਕਸ ਮਾਫ ਕੀਤਾ। ਇਹ ਕਿਹਨੇ ਕੀਤਾ? ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਇਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ, ਹਮੇਸ਼ਾ ਹੀ ਕਿਸਾਨਾਂ ਦੀ ਗੱਲ ਕੀਤੀ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿਸਾਨਾਂ ਦੀ ਜੋ ਹਾਲਤ ਆ ਉਹ ਇਸ ਤਰੀਕੇ ਦਾ ਨਹੀਂ ਕਿ ਉਹ ਇੰਨਾ ਖਰਚ ਕਰ ਸਕਣ। ਇੰਨਾ ਉਹ ਜੋ 12,000 ਕਰੋੜ ਰੁਪਈਆ ਜਿਹੜਾ ਬਿਜਲੀ ਦਾ ਬਿੱਲ ਜੋ ਟਿਊਬਵੈੱਲਾਂ ਦਾ ਕਿਸਾਨਾਂ ਨੇ ਦੇਣਾ ਸੀ, ਉਹ ਸਰਕਾਰ ਦਿੰਦੀ ਹੈ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵੱਲੋਂ ਸ਼ੁਰੂ ਕੀਤਾ ਗਿਆ। ਉਸ ਤੋਂ ਬਾਅਦ ਜਿਹੜਾ ਕਾਂਗਰਸ ਹੈ, ਹੁਣ ਮੈਂ ਕਾਂਗਰਸ ਦੀ ਗੱਲ ਕਰਦਾ। ਕਾਂਗਰਸ ਪਾਰਟੀ ਇਹ ਜਿਹੜਾ ਐਕਟ ਬਣਿਆ, ਐਕਟ ਜਦੋਂ ਬਣਿਆ ਅੱਜ ਤੋਂ 2 ਸਾਲ ਪਹਿਲਾਂ ਗੱਲ ਸ਼ੁਰੂ ਹੋ ਗਈ ਸੀ ਇਸ ਐਕਟ ਦੀ। ਤੇ ਇਸ ਐਕਟ ਬਣਾਉਣ ਦੀ ਜਿਹੜੀ ਕਮੇਟੀ ਬਣੀ ਸੀ, ਧਿਆਨ ਨਾਲ ਸੁਣਨ ਵਾਲੀ ਗੱਲ, ਇਹ ਕਮੇਟੀ ਦੇ ਜੋ ਮੈਂਬਰ ਸੀ, ਇਸ ਕਮੇਟੀ ਦੇ ਮੈਂਬਰ ਕੈਪਟਨ ਅਮਰਿੰਦਰ ਸਿੰਘ ਸੀਗੇ। ਜਦੋਂ ਬਿੱਲ ਬਣਨਾ ਸੀ, ਕੇਜਰੀਵਾਲ ਸੀ ਮੁੱਖ ਮੰਤਰੀ, ਇਸ ਕਮੇਟੀਆਂ ਦੇ ਮੈਂਬਰ ਸੀਗੇ। ਤੇ
ਬੰਬੇ ਦੇ ਵਿੱਚ ਮੁੰਬਈ ਦੇ ਵਿੱਚ ਮੀਟਿੰਗ ਹੁੰਦੀ ਆ, ਕੈਪਟਨ ਅਮਰਿੰਦਰ ਸਿੰਘ ਇਹਨੂੰ ਮਨਪ੍ਰੀਤ ਬਾਦਲ ਨੂੰ ਉੱਥੇ ਭੇਜਦੇ ਨੇ ਤੇ ਉੱਥੇ ਸਾਈਨ ਕਰਕੇ ਆਉਂਦਾ ਕਿ ਇਹ ਐਕਟ ਬਣਨਾ ਚਾਹੀਦਾ। ਇਹ ਔਨ ਰਿਕਾਰਡ ਆ, ਤੁਸੀਂ ਦੇਖ ਸਕਦੇ ਹੋ। ਉਦੋਂ ਬਾਅਦ ਇਸੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਇਹ ਐਕਟ ਲਾਗੂ ਵੀ ਕਰਤਾ। ਪੰਜਾਬ ਦੇ ਵਿੱਚ ਇਸ ਕਾਂਗਰਸ ਪਾਰਟੀ ਨੇ ਇਹ ਐਕਟ ਲਾਗੂ ਕੀਤਾ ਹੋਇਆ, ਇਹ ਵੀ ਤੁਸੀਂ ਔਨ ਰਿਕਾਰਡ ਮੈਂ ਤੁਹਾਨੂੰ ਕਹਿ ਸਕਦਾ। ਦੂਜੀ ਗੱਲ, ਇੱਕ ਗੱਲ ਹੋਰ ਬਹੁਤ ਧਿਆਨ ਨਾਲ ਦੇਖਣ ਵਾਲੀ ਹੈ। ਆਹ ਹੈਗਾ ਜੀ ਕਾਂਗਰਸ ਦਾ ਮੈਨੀਫੈਸਟੋ 2019 ਦਾ, ਜਦੋਂ ਇਸ ਵਾਰ ਫਿਰ ਬੀਜੇਪੀ ਦੀ ਸਰਕਾਰ ਬਣੀ ਹੈ। 2019 ਦਾ ਮੈਨੀਫੈਸਟੋ, ਰਾਹੁਲ ਗਾਂਧੀ ਦੀ ਫੋਟੋ ਬਣੀ ਹੋਈ ਹੈ। ਲੋਕ ਸਭਾ ਇਲੈਕਸ਼ਨ, ਇੰਡੀਅਨ ਨੈਸ਼ਨਲ ਕਾਂਗਰਸ। ਹੁਣ ਇਹਦੇ 'ਚ ਇਹਨਾਂ ਦੇ ਪ੍ਰੋਵੀਜ਼ਨ ਸੀ, ਕੀ ਇਹਨਾਂ ਨੇ ਕਰਨਾ ਸੀ, ਆਹ ਦੇਖੋ ਮੈਂ ਤੁਹਾਨੂੰ ਦਿਖਾਉਣਾ। ਜੋ ਅੱਜ ਐਕਟ ਬਣਿਆ, ਜੋ ਅੱਜ ਬੀਜੇਪੀ ਨੇ ਐਕਟ ਬਣਿਆ, ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਗੱਲ ਕਹੀ ਸੀ। ਕੀ ਗੱਲ ਕਹੀ ਸੀ? ਐਸੈਂਸ਼ੀਅਲ ਕਮੋਡਿਟੀਜ਼ ਐਕਟ ਜਿਹੜਾ ਬੀਜੇਪੀ ਨੇ ਇਹ ਰੱਦ ਕੀਤਾ। ਇਸ ਐਕਟ ਦੇ ਵਿੱਚ ਕਾਂਗਰਸ ਕੀ ਕਹਿੰਦੀ ਹੈ? ਦਾ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 belongs to the age of controls. Congress promised to replace the act by enabling law that can be invoked only in the case of emergency. ਕਾਂਗਰਸ ਕੀ ਕਹਿੰਦੀ ਕਿ essential commodities act ਅਸੀਂ ਜਦੋਂ ਸਾਡੀ ਸਰਕਾਰ ਆਊਗੀ ਅਸੀਂ essential commodities act ਰੱਦ ਕਰਾਂਗੇ, ਜੋ ਅੱਜ ਇਸ ਐਕਟ ਦੇ ਵਿੱਚ ਬੀਜੇਪੀ ਨੇ ਕੀਤਾ। ਇਹ ਆਪਣੇ ਮੈਨੀਫੈਸਟੋ ਦੇ ਵਿੱਚ ਕਿਹਾ ਕਾਂਗਰਸ ਨੇ। ਆ ਤੁਸੀਂ ਰਾਹੁਲ ਗਾਂਧੀ ਦਾ ਚਿਹਰਾ ਤੁਸੀਂ ਦੇਖ ਲਿਆ, ਇਹ ਕਿਵੇਂ ਭੱਜ ਜਾਣਗੇ, ਕਿੱਥੋਂ ਭੱਜਣਗੇ? ਇਹ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਕਹਿ ਚੁੱਕੇ ਨੇ। ਇੱਥੇ ਨਹੀਂ ਰੁਕੇ ਇਹ। ਉਦੋਂ ਬਾਅਦ 11 ਨੰਬਰ ਪੁਆਇੰਟ, ਕਾਂਗਰਸ ਵਿਲ ਰਿਪੈਲ ਦ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਐਕਟ ਐਂਡ ਮੇਕ ਟ੍ਰੇਡ ਇਨ ਐਗਰੀਕਲਚਰ ਪ੍ਰੋਡਿਊਸ ਇਨਕਲੂਡਿੰਗ ਐਕਸਪੋਰਟਸ ਐਂਡ ਇੰਟਰਸਟੇਟ ਟ੍ਰੇਡ ਫ੍ਰੀ ਫਰੋਮ ਆਲ ਰਿਸਟ੍ਰਿਕਸ਼ਨਸ। ਇਹਦਾ ਮਤਲਬ ਕੀ ਹੈ? ਜੋ ਇਹਨਾਂ ਨੇ ਕਿਹਾ ਕਿ ਜਿਹੜਾ ਐਗਰੀਕਲਚਰ ਪ੍ਰੋਡਿਊਸ, ਜਿੱਦਣ ਵੋਟਿੰਗ ਹੁੰਦੀ ਹੈ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਸੀ ਜਿਸ ਨੇ ਵਿਰੋਧ ਦੇ ਵਿੱਚ ਵੋਟ ਪਾਈ। ਇਹ ਤੁਸੀਂ ਔਨ ਰਿਕਾਰਡ ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਚੈੱਕ ਕਰ ਸਕਦੇ ਹੋ। ਸਿਰਫ ਸ਼੍ਰੋਮਣੀ ਅਕਾਲੀ ਦਲ, ਬੀਬਾ ਹਰਸਿਮਰਤ ਕੌਰ ਬਾਦਲ ਜੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉਹਨਾਂ ਦੇ ਉਲਟ ਵੋਟ ਪਾਈ ਤੇ ਬਾਕੀ ਸਾਰੀ ਪਾਰਟੀਆਂ ਉਤੋਂ ਵਾਕਆਊਟ ਕਰ ਗਈਆਂ ਸੀ। ਇਹ ਤੁਸੀਂ ਚੈੱਕ ਵੀ ਕਰ ਸਕਦੇ ਹੋ। ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ ਜਿਹੜੇ ਇਹਨਾਂ ਨੇ ਐਕਟ ਲੈ ਕੇ ਆਂਦੇ। ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਜਦੋਂ ਅਸੀਂ ਕੀ ਕੀਤਾ? ਅਸੀਂ ਬੀਜੇਪੀ ਦਾ ਅਸੀਂ ਨਾਤਾ ਹੀ ਤੋੜਤਾ। 25 ਸਾਲ ਦਾ ਰਿਲੇਸ਼ਨ ਅਸੀਂ ਨਾਤਾ ਤੋੜਤਾ ਬੀਜੇਪੀ ਨਾਲੋਂ। ਅਸੀਂ ਕੈਬਨਿਟ ਦੇ ਵਿੱਚੋਂ ਰਿਜ਼ਾਈਨ ਦਿੱਤਾ। ਇਸੇ ਕਰਕੇ ਕਿਸਾਨੀ ਮੁੱਦੇ ਕਰਕੇ ਕਿ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ, ਤੁਸੀਂ ਧੋਖਾ ਕੀਤਾ ਸਾਡੇ ਨਾਲ, ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਐਨਡੀਏ ਦਾ ਫਾਊਂਡਿੰਗ ਮੈਂਬਰ ਸੀ। ਜਦੋਂ ਐਨਡੀਏ ਬਣਿਆ ਸੀ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਾਊਂਡਿੰਗ ਮੈਂਬਰ ਸੀ। ਸਾਨੂੰ ਬਹੁਤ ਮਾਣ ਸੀ ਕਿ ਸਾਡੀ ਗੱਲ ਮੰਨੀ ਜਾਊਗੀ, ਪਰ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ, ਕਿਸਾਨਾਂ ਨਾਲ ਧੋਖਾ ਕੀਤਾ। ਅਸੀਂ ਨਾਲ ਦੇ ਨਾਲ ਤੋਂ ਪਾਸੇ ਹੋ ਗਏ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਜਿੰਨੇ ਵਾਰ ਵੀ ਕਾਲ ਦਿੱਤੀ ਵੀ ਪੰਜਾਬ ਬੰਦ ਕਰਨਾ ਹੈ, ਭਾਰਤ ਬੰਦ ਕਰਨਾ, ਅਸੀਂ ਉਹਨਾਂ ਦਾ ਸਾਥ ਦਿੱਤਾ। ਜੋ ਕਿਸਾਨ ਜਥੇਬੰਦੀਆਂ ਨੇ ਕਿਹਾ, ਅਸੀਂ ਬੰਦੇ ਲੈ ਕੇ ਉੱਥੇ ਪਹੁੰਚੇ ਤੇ ਸੰਗਤ ਦੇ ਰੂਪ 'ਚ ਥੱਲੇ ਬੈਠੇ। ਜੋ ਸਟੇਜ ਸੀ ਉਹ ਕਿਸਾਨ ਜੋ ਸੰਗਠਨ ਦੇ ਲੀਡਰ ਸਾਹਿਬਾਨਾਂ ਕੋਲ ਸੀ, ਅਸੀਂ ਸੰਗਤ ਦੇ ਰੂਪ ਦੇ ਵਿੱਚ ਉੱਥੇ ਬੈਠੇ। ਜਿੰਨਾ ਵੱਧ ਤੋਂ ਵੱਧ ਇਕੱਠ ਹੋਇਆ ਅਸੀਂ ਇਕੱਠ ਕੀਤਾ। ਉਸ ਤੋਂ ਬਾਅਦ ਸੈਸ਼ਨ ਆ ਜਾਂਦਾ, ਜਿਹੜਾ ਹੁਣ ਸੈਸ਼ਨ ਆਇਆ। ਸੈਸ਼ਨ ਦੇ ਵਿੱਚ ਸਾਨੂੰ ਇਹ ਗੱਲ ਕਹੀ ਗਈ, ਕਿਸਾਨ ਦੀ ਜੋ ਜਥੇਬੰਦੀ ਹੈ ਉਹਨਾਂ ਦੇ ਜੋ ਹੈੱਡ ਨੇ, ਕਿ ਇਸ ਸੈਸ਼ਨ ਦੇ ਵਿੱਚ ਕੇਵਲ ਤੇ ਕੇਵਲ ਕਿਸਾਨੀ ਮੁੱਦੇ ਬਾਰੇ ਗੱਲ ਕੀਤੀ ਜਾਊਗੀ, ਹੋਰ ਤੁਸੀਂ ਕਿਸੇ ਮੁੱਦੇ ਤੇ ਗੱਲ ਨਹੀਂ ਕਰਨੀ। ਸ਼੍ਰੋਮਣੀ ਅਕਾਲੀ ਦਲ ਨੇ ਤੇ ਬਹੁਜਨ ਸਮਾਜ ਪਾਰਟੀ ਦੇ ਜਿੰਨੇ ਐਮਪੀ ਸੀ, ਚਾਹੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਨਰੇਸ਼ ਗੁਜਰਾਲ ਜੀ, ਭੁੰਦੜ ਸਾਹਿਬ ਤੇ ਬੀਐਸਪੀ ਦੇ ਜੋ ਲੀਡਰ ਸਾਹਿਬਾਨ, ਜੋ ਐਮਪੀ ਸੀ, ਅਸੀਂ ਸਾਰਾ ਦਿਨ ਬਾਹਰ ਤਖਤੀਆਂ ਲੈ ਕੇ ਖੜੇ, ਮਿੰਨਤਾਂ ਤਰਲੇ ਕੀਤੇ। ਜੋ ਬੀਜੇਪੀ ਦੇ ਜੋ ਮਿਨਿਸਟਰ ਨੇ, ਤੋਮਰ ਸਾਹਿਬ, ਉਹਨਾਂ ਦੇ ਵੀ, ਅਮਿਤ ਸ਼ਾਹ ਦੇ ਵੀ, ਤੁਹਾਡੇ ਕੋਲ ਰਿਕਾਰਡ ਹੈ ਸਾਰਾ। ਅਸੀਂ ਜੋ ਪਾਰਲੀਮੈਂਟ ਦੇ ਵਿੱਚ ਵੀ ਬੀਬਾ ਜੀ ਬਹੁਤ ਗੜਕ ਕੇ ਬੋਲੇ, ਮੋਦੀ ਸਾਹਿਬ ਦੇ ਸਾਹਮਣੇ ਬੋਲੇ। ਕਿਸੇ ਦੀ ਜ਼ਰੂਰਤ ਹੈ ਇਹ ਕਰਨ ਦੀ? ਤੇ ਕਾਂਗਰਸ ਕੀ ਕਰਦੀ ਰਹੀ? ਕਾਂਗਰਸ ਨੇ ਬਿਨਾਂ ਪੈਗੇਸਸ ਜਿਹੜਾ ਇਸ਼ੂ ਹੋਇਆ ਸੀ, ਜਿਹਦੇ ਵਿੱਚ ਫੋਨ ਟੈਪਿੰਗ ਦੀ ਗੱਲ ਹੋਈ ਸੀ, ਇਹਨਾਂ ਨੇ 90% ਸਮਾਂ ਜੋ ਇਸ ਸੈਸ਼ਨ ਦਾ ਪੈਗੇਸਸ ਤੇ ਕੱਢਤਾ। ਕਿਸਾਨੀ ਮੁੱਦੇ ਬਾਰੇ ਇਹਨਾਂ ਨੇ ਮਸਾਂ ਅਖੀਰਲੇ ਦਿਨ 'ਚ ਜਾ ਕੇ ਉੱਥੇ ਸਾਡੇ ਨਾਲ ਆ ਕੇ ਖੜੇ, ਜਦ ਕਿ ਅਸੀਂ ਕਿਸੇ ਹੋਰ ਮੁੱਦੇ ਤੇ ਗੱਲ ਨਹੀਂ ਕੀਤੀ, ਕਿਉਂਕਿ ਸਾਨੂੰ ਕਿਸਾਨ ਜੋ ਜਥੇਬੰਦੀਆਂ ਦਾ ਹੁਕਮ ਹੋਇਆ ਸੀ, ਅਸੀਂ ਉਹਨਾਂ ਦੇ ਹੁਕਮ ਦੇ ਉੱਤੇ ਪਹਿਰਾ ਦਿੱਤਾ। ਅਸੀਂ ਪਹਿਲੇ ਦਿਨ ਤੋਂ
ਅਸੀਂ ਜਿਵੇਂ ਸਾਨੂੰ ਕਿਸਾਨ ਜਥੇਬੰਦੀਆਂ ਕਹੀ ਗਈਆਂ ਅਸੀਂ ਉਵੇਂ ਚੱਲਦੇ ਰਹੇ। ਇਹ ਤਾਂ ਗੱਲ ਕਰ ਰਿਹਾ ਮੈਂ ਅੱਜ ਜੋ ਕਿਸਾਨੀ ਮੁੱਦੇ ਦੇ ਉੱਤੇ ਜੇ ਕਿਸਾਨਾਂ ਦੀ ਅੱਜ ਤੱਕ ਕਿਸੇ ਨੇ ਬਾਂਹ ਫੜੀ ਹੈ ਜਾਂ ਕਿਸਾਨਾਂ ਦੇ ਮੁੱਦੇ ਕਿਸੇ ਨੇ ਰੇਜ਼ ਕੀਤੇ ਤਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ। ਇਤਿਹਾਸ ਗਵਾਹ, ਤੁਸੀਂ ਆਪ ਹਿਸਟਰੀ ਚੈੱਕ ਕਰ ਲਓ। ਮੈਂ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੀਆਂ ਮੰਡੀਆਂ ਦੇ ਵਿੱਚ ਅੱਜ ਆਪਾਂ ਕਣਕ ਤੇ ਝੋਨਾ ਵੇਚਣ ਜਾਂਦੇ ਆ, ਉਹ ਮੰਡੀ ਸਿਸਟਮ ਪਿੰਡਾਂ ਦੇ ਵਿੱਚ ਮੰਡੀਆਂ ਕਿਹਨੇ ਸ਼ੁਰੂ ਕੀਤੀਆਂ? ਸ਼੍ਰੋਮਣੀ ਅਕਾਲੀ ਦਲ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਮੁੱਖ ਮੰਤਰੀ ਪੰਜਾਬ 5 ਵਾਰੀ ਬਣੇ, ਉਹਨਾਂ ਨੇ ਇਹ ਮੰਡੀਆਂ ਦਾ ਸਿਸਟਮ ਸ਼ੁਰੂ ਕੀਤਾ। ਉਹ ਕਹਿੰਦੇ ਵੀ ਪਿੰਡਾਂ 'ਚ ਨੇੜੇ ਮੰਡੀਆਂ ਬਣਾਉਣੀਆਂ ਜ਼ਰੂਰੀ ਨੇ, ਵੀ ਦੂਰ ਆਪਦੀ ਉਪਜ ਲੈ ਕੇ ਜਾਣੀ ਬਹੁਤ ਔਖੀ ਆ, ਤੇਲ ਵੀ ਲੱਗਦਾ, ਸਾਰਾ ਕੁਝ ਲੱਗਦਾ, ਵੀ ਨੇੜੇ ਲੈ ਕੇ ਆਉਣਾ। ਮੰਡੀ ਸਿਸਟਮ ਜੇ ਬਣਿਆ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ। ਜਿੱਦਣ ਵੋਟਿੰਗ ਹੁੰਦੀ ਹੈ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਸੀ ਜਿਸ ਨੇ ਵਿਰੋਧ ਦੇ ਵਿੱਚ ਵੋਟ ਪਾਈ। ਇਹ ਤੁਸੀਂ ਔਨ ਰਿਕਾਰਡ ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਚੈੱਕ ਕਰ ਸਕਦੇ ਹੋ। ਸਿਰਫ ਸ਼੍ਰੋਮਣੀ ਅਕਾਲੀ ਦਲ, ਬੀਬਾ ਹਰਸਿਮਰਤ ਕੌਰ ਬਾਦਲ ਜੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਉਹਨਾਂ ਦੇ ਉਲਟ ਵੋਟ ਪਾਈ ਤੇ ਬਾਕੀ ਸਾਰੀ ਪਾਰਟੀਆਂ ਉਤੋਂ ਵਾਕਆਊਟ ਕਰ ਗਈਆਂ ਸੀ। ਇਹ ਤੁਸੀਂ ਚੈੱਕ ਵੀ ਕਰ ਸਕਦੇ ਹੋ। ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ, ਜਿਹੜੇ ਇਹਨਾਂ ਨੇ ਐਕਟ ਲੈ ਕੇ ਆਂਦੇ। ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਜਦੋਂ ਅਸੀਂ ਕੀ ਕੀਤਾ, ਅਸੀਂ ਬੀਜੇਪੀ ਦਾ ਅਸੀਂ ਨਾਤਾ ਹੀ ਤੋੜਤਾ। 25 ਸਾਲ ਦਾ ਰਿਲੇਸ਼ਨ ਅਸੀਂ ਨਾਤਾ ਤੋੜਤਾ ਬੀਜੇਪੀ ਨਾਲੋਂ। ਅਸੀਂ ਕੈਬਨਿਟ ਦੇ ਵਿੱਚੋਂ ਰਿਜ਼ਾਈਨ ਦਿੱਤਾ ਇਸੇ ਕਰਕੇ, ਕਿਸਾਨੀ ਮੁੱਦੇ ਕਰਕੇ ਕਿ ਅਸੀਂ ਤੁਹਾਡਾ ਸਾਥ ਨਹੀਂ ਦੇ ਸਕਦੇ। ਤੁਸੀਂ ਧੋਖਾ ਕੀਤਾ ਸਾਡੇ ਨਾਲ, ਸ਼੍ਰੋਮਣੀ ਅਕਾਲੀ ਦਲ ਦੇ ਨਾਲ। ਸ਼੍ਰੋਮਣੀ ਅਕਾਲੀ ਦਲ ਐਨਡੀਏ ਦਾ ਫਾਊਂਡਿੰਗ ਮੈਂਬਰ ਸੀ। ਜਦੋਂ ਐਨਡੀਏ ਬਣਿਆ ਸੀ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਫਾਊਂਡਿੰਗ ਮੈਂਬਰ ਸੀ। ਸਾਨੂੰ ਬਹੁਤ ਮਾਣ ਸੀ ਕਿ ਸਾਡੀ ਗੱਲ ਮੰਨੀ ਜਾਊਗੀ, ਪਰ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ, ਕਿਸਾਨਾਂ ਨਾਲ ਧੋਖਾ ਕੀਤਾ। ਅਸੀਂ ਨਾਲ ਦੇ ਨਾਲ ਤੋਂ ਪਾਸੇ ਹੋ ਗਏ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਜਿੰਨੇ ਵਾਰ ਵੀ ਕਾਲ ਦਿੱਤੀ ਵੀ ਪੰਜਾਬ ਬੰਦ ਕਰਨਾ ਹੈ, ਭਾਰਤ ਬੰਦ ਕਰਨਾ, ਅਸੀਂ ਉਹਨਾਂ ਦਾ ਸਾਥ ਦਿੱਤਾ। ਜੋ ਕਿਸਾਨ ਜਥੇਬੰਦੀਆਂ ਨੇ ਕਿਹਾ, ਅਸੀਂ ਬੰਦੇ ਲੈ ਕੇ ਉੱਥੇ ਪਹੁੰਚੇ ਤੇ ਸੰਗਤ ਦੇ ਰੂਪ 'ਚ ਥੱਲੇ ਬੈਠੇ। ਜੋ ਸਟੇਜ ਸੀ ਉਹ ਕਿਸਾਨ ਜੋ ਸੰਗਠਨ ਦੇ ਲੀਡਰ ਸਾਹਿਬਾਨਾਂ ਕੋਲ ਸੀ, ਅਸੀਂ ਸੰਗਤ ਦੇ ਰੂਪ ਦੇ ਵਿੱਚ ਉੱਥੇ ਬੈਠੇ। ਜਿੰਨਾ ਵੱਧ ਤੋਂ ਵੱਧ ਇਕੱਠ ਹੋਇਆ ਅਸੀਂ ਇਕੱਠ ਕੀਤਾ। ਉਸ ਤੋਂ ਬਾਅਦ ਸੈਸ਼ਨ ਆ ਜਾਂਦਾ, ਜਿਹੜਾ ਹੁਣ ਸੈਸ਼ਨ ਆਇਆ। ਸੈਸ਼ਨ ਦੇ ਵਿੱਚ ਸਾਨੂੰ ਇਹ ਗੱਲ ਕਹੀ ਗਈ, ਕਿਸਾਨ ਦੀ ਜੋ ਜਥੇਬੰਦੀ ਹੈ ਉਹਨਾਂ ਦੇ ਜੋ ਹੈੱਡ ਨੇ, ਕਿ ਇਸ ਸੈਸ਼ਨ ਦੇ ਵਿੱਚ ਕੇਵਲ ਤੇ ਕੇਵਲ ਕਿਸਾਨੀ ਮੁੱਦੇ ਬਾਰੇ ਗੱਲ ਕੀਤੀ ਜਾਊਗੀ, ਹੋਰ ਤੁਸੀਂ ਕਿਸੇ ਮੁੱਦੇ ਤੇ ਗੱਲ ਨਹੀਂ ਕਰਨੀ। ਸ਼੍ਰੋਮਣੀ ਅਕਾਲੀ ਦਲ ਨੇ ਤੇ ਬਹੁਜਨ ਸਮਾਜ ਪਾਰਟੀ ਦੇ ਜਿੰਨੇ ਐਮਪੀ ਸੀ, ਚਾਹੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਨਰੇਸ਼ ਗੁਜਰਾਲ ਜੀ, ਭੁੰਦੜ ਸਾਹਿਬ ਤੇ ਬੀਐਸਪੀ ਦੇ ਜੋ ਲੀਡਰ ਸਾਹਿਬਾਨ, ਜੋ ਐਮਪੀ ਸੀ, ਅਸੀਂ ਸਾਰਾ ਦਿਨ ਬਾਹਰ ਤਖਤੀਆਂ ਲੈ ਕੇ ਖੜੇ, ਮਿੰਨਤਾਂ ਤਰਲੇ ਕੀਤੇ। ਜੋ ਬੀਜੇਪੀ ਦੇ ਜੋ ਮਿਨਿਸਟਰ ਨੇ, ਤੋਮਰ ਸਾਹਿਬ, ਉਹਨਾਂ ਦੇ ਵੀ, ਅਮਿਤ ਸ਼ਾਹ ਦੇ ਵੀ, ਤੁਹਾਡੇ ਕੋਲ ਰਿਕਾਰਡ ਹੈ ਸਾਰਾ। ਅਸੀਂ ਜੋ ਪਾਰਲੀਮੈਂਟ ਦੇ ਵਿੱਚ ਵੀ ਬੀਬਾ ਜੀ ਬਹੁਤ ਗੜਕ ਕੇ ਬੋਲੇ, ਮੋਦੀ ਸਾਹਿਬ ਦੇ ਸਾਹਮਣੇ ਬੋਲੇ। ਕਿਸੇ ਦੀ ਜ਼ਰੂਰਤ ਹੈ ਇਹ ਕਰਨ ਦੀ? ਤੇ ਕਾਂਗਰਸ ਕੀ ਕਰਦੀ ਰਹੀ? ਕਾਂਗਰਸ ਨੇ ਬਿਨਾਂ ਪੈਗੇਸਿਸ ਜਿਹੜਾ ਇਸ਼ੂ ਹੋਇਆ ਸੀ, ਜਿਹਦੇ ਵਿੱਚ ਫੋਨ ਟੈਪਿੰਗ ਦੀ ਗੱਲ ਹੋਈ ਸੀ, ਇਹਨਾਂ ਨੇ 90% ਸਮਾਂ ਜੋ ਇਸ ਸੈਸ਼ਨ ਦਾ ਪੈਗੇਸਿਸ ਤੇ ਕੱਢਤਾ। ਕਿਸਾਨੀ ਮੁੱਦੇ ਬਾਰੇ ਇਹਨਾਂ ਨੇ ਮਸਾਂ ਅਖੀਰਲੇ ਦਿਨ 'ਚ ਜਾ ਕੇ ਉੱਥੇ ਸਾਡੇ ਨਾਲ ਆ ਕੇ ਖੜੇ, ਜਦ ਕਿ ਅਸੀਂ ਕਿਸੇ ਹੋਰ ਮੁੱਦੇ ਤੇ ਗੱਲ ਨਹੀਂ ਕੀਤੀ, ਕਿਉਂਕਿ ਸਾਨੂੰ ਕਿਸਾਨ ਜੋ ਜਥੇਬੰਦੀਆਂ ਦਾ ਹੁਕਮ ਹੋਇਆ ਸੀ, ਅਸੀਂ ਉਹਨਾਂ ਦੇ ਹੁਕਮ ਦੇ ਉੱਤੇ ਪਹਿਰਾ ਦਿੱਤਾ। ਅਸੀਂ ਪਹਿਲੇ ਦਿਨ ਤੋਂ ਅਸੀਂ ਜਿਵੇਂ ਸਾਨੂੰ ਕਿਸਾਨ ਜਥੇਬੰਦੀਆਂ ਕਹੀ ਗਈਆਂ ਅਸੀਂ ਉਵੇਂ ਚੱਲਦੇ ਰਹੇ। ਇਹ ਤਾਂ ਗੱਲ ਕਰ ਰਿਹਾ ਮੈਂ ਅੱਜ ਜੋ ਕਿਸਾਨੀ ਮੁੱਦੇ ਦੇ ਉੱਤੇ ਜੇ ਕਿਸਾਨਾਂ ਦੀ ਅੱਜ ਤੱਕ ਕਿਸੇ ਨੇ ਬਾਂਹ ਫੜੀ ਹੈ ਜਾਂ ਕਿਸਾਨਾਂ ਦੇ ਮੁੱਦੇ ਕਿਸੇ ਨੇ ਰੇਜ਼ ਕੀਤੇ ਤਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ। ਇਤਿਹਾਸ ਗਵਾਹ, ਤੁਸੀਂ ਆਪ ਹਿਸਟਰੀ ਚੈੱਕ ਕਰ ਲਓ। ਮੈਂ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੀਆਂ ਮੰਡੀਆਂ ਦੇ ਵਿੱਚ ਅੱਜ ਆਪਾਂ ਕਣਕ ਤੇ ਝੋਨਾ ਵੇਚਣ ਜਾਂਦੇ ਆ, ਉਹ ਮੰਡੀ ਸਿਸਟਮ ਪਿੰਡਾਂ ਦੇ ਵਿੱਚ ਮੰਡੀਆਂ ਕਿਹਨੇ ਸ਼ੁਰੂ ਕੀਤੀਆਂ? ਸ਼੍ਰੋਮਣੀ ਅਕਾਲੀ ਦਲ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਮੁੱਖ ਮੰਤਰੀ ਪੰਜਾਬ 5 ਵਾਰੀ ਬਣੇ, ਉਹਨਾਂ ਨੇ ਇਹ ਮੰਡੀਆਂ ਦਾ ਸਿਸਟਮ ਸ਼ੁਰੂ ਕੀਤਾ। ਉਹ ਕਹਿੰਦੇ ਵੀ ਪਿੰਡਾਂ 'ਚ ਨੇੜੇ ਮੰਡੀਆਂ ਬਣਾਉਣੀਆਂ ਜ਼ਰੂਰੀ ਨੇ, ਵੀ ਦੂਰ ਆਪਦੀ ਉਪਜ ਲੈ ਕੇ ਜਾਣੀ ਬਹੁਤ ਔਖੀ ਆ, ਤੇਲ ਵੀ ਲੱਗਦਾ, ਸਾਰਾ ਕੁਝ ਲੱਗਦਾ, ਵੀ ਨੇੜੇ ਲੈ ਕੇ ਆਉਣਾ। ਮੰਡੀ ਸਿਸਟਮ ਜੇ ਬਣਿਆ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਨੇ ਬਣਾਇਆ। ਇਹ ਬੜੀਆਂ ਹੀ ਦਰਦਨਾਕ ਘਟਨਾਵਾਂ ਹੋਈਆਂ ਨੇ। ਅਸੀਂ ਜਿੱਥੇ ਦੀ ਨਿਖੇਧੀ ਕਰਦੇ ਹਾਂ, ਅਸੀਂ ਉੱਥੇ ਦੁਬਾਰਾ ਫਿਰ ਆਪਣੇ ਪਾਰਟੀ ਦੇ ਸੱਜਣਾਂ ਨੂੰ, ਆਮ ਲੋਕਾਂ ਨੂੰ ਇਹ ਸੱਦਾ ਦਿੰਦੇ ਹਾਂ ਕਿ ਇਹਨਾਂ ਲੋਕਾਂ ਦੇ ਮਗਰ ਲੱਗ ਕੇ ਆਪਾਂ ਆਪਸੀ ਭਾਈਚਾਰਾ ਖਰਾਬ ਨਹੀਂ ਕਰਨਾ।
ਆਪਾਂ ਲਹੂ ਲੁਹਾਨ ਨਹੀਂ ਹੋਣ ਦੇਣਾ ਪੰਜਾਬ ਨੂੰ। ਇਹ ਤਾਂ ਚਾਹੁੰਦੇ ਨੇ ਕਿ ਪੰਜਾਬ ਲਹੂ ਲੁਹਾਨ ਹੋ ਜਾਵੇ। ਔਰ 1 ਤਰੀਕ ਨੂੰ ਪੰਜਾਬ ਦੀ ਪੁਲਿਸ ਨੇ ਵੀ ਸਾਡਾ ਕੋਈ ਸਾਥ ਨਹੀਂ ਦਿੱਤਾ, ਲੁਧਿਆਣੇ ਦੀ ਪੁਲਿਸ ਨੇ ਵੀ ਸਾਡਾ ਕੋਈ ਸਾਥ ਨਹੀਂ ਦਿੱਤਾ। ਅਸੀਂ ਪਹੁੰਚਣਾ ਸੀ 11:15 ਦੇ ਗੇੜ ਦੇ ਵਿੱਚ ਰੈਲੀ ਦੇ ਉੱਤੇ। ਅਸੀਂ 10 ਵਜੇ ਦਾ ਲੋਕਾਂ ਨੂੰ ਟਾਈਮ ਦਿੱਤਾ ਹੋਇਆ ਸੀ, ਲੇਕਿਨ ਘੁੰਮ ਘੁਮਾ ਕੇ ਸਾਨੂੰ 2.5 ਘੰਟੇ ਲੇਟ ਕੀਤਾ, ਰੂਟ ਬਦਲ ਕੇ। ਫਿਰ ਵੀ ਅਖੀਰ ਜਦੋਂ ਸਾਨੂੰ ਪਹੁੰਚਾਇਆ ਰੈਲੀ ਤੇ, ਸਾਨੂੰ ਉਸ ਜਗ੍ਹਾ ਤੇ ਜਾ ਕੇ ਖੜੇ ਕਰਤਾ ਜਿੱਥੇ ਉਹਨਾਂ ਦੇ ਮੂਹਰੇ ਇਹਨਾਂ ਲੋਕਾਂ ਨੇ, ਸ਼ਰਾਰਤੀ ਲੋਕਾਂ ਨੇ ਟਰਾਲੀਆਂ ਲਾਈਆਂ ਹੋਈਆਂ ਸੀ। ਇਹ ਸਾਨੂੰ ਪਤਾ ਕਿ ਸਾਡੇ ਵਰਕਰ, ਸਾਡੇ ਯੋਧੇ ਕਿਹੜੇ ਤਰੀਕੇ ਨਾਲ ਮੈਨੂੰ ਦੱਸਣਾ ਸੀ ਇਸ ਬਾਦਲ ਨੂੰ ਰੈਲੀ ਤੇ ਲੈ ਗਏ। ਔਰ ਇਹਦੇ ਪਿੱਛੇ ਜਿੱਥੇ ਆਮ ਆਦਮੀ ਦੇ ਵੱਡੇ ਪੱਧਰ ਤੇ ਇਹਨੇ ਰੋਲ ਅਦਾ ਕੀਤਾ, ਉੱਥੇ ਕਾਂਗਰਸ ਪਾਰਟੀ ਨੇ ਵੀ ਪਿੱਛੇ ਨਹੀਂ ਹੱਥ ਰੱਖਿਆ, ਉਹਨੇ ਵੀ ਆਪਣੇ ਬੰਦੇ ਭੇਜੇ। ਮੈਂ ਇੱਕੋ ਹੀ ਅਪੀਲ ਕਰਦਾ ਹੈ ਪੰਜਾਬ ਦੇ ਲੋਕਾਂ ਨੂੰ ਕਿ ਸੱਜਣੋ, ਇਹਨਾਂ ਦੋਨਾਂ ਪਾਰਟੀਆਂ ਦੇ ਪੈਰ ਪੰਜਾਬ ਦੀ ਧਰਤੀ ਤੋਂ ਹਿੱਲ ਚੁੱਕੇ ਨੇ। ਇਹ ਦੋਨਾਂ ਪਾਰਟੀਆਂ ਨੂੰ ਹੁਣ ਲੋਕਾਂ ਨੇ ਨਕਾਰ ਦਿੱਤਾ। ਸਾਡੀਆਂ ਰੈਲੀਆਂ ਦੇਖ ਕੇ, ਲੋਕਾਂ ਦੇ ਇਕੱਠ ਦੇਖ ਕੇ ਇਹ ਦੋਨੋਂ ਪਾਰਟੀਆਂ ਹਿੱਲ ਚੁੱਕੀਆਂ ਨੇ। ਲੇਕਿਨ ਮੈਂ ਪੰਜਾਬ ਦੇ ਲੋਕਾਂ ਨੂੰ, ਆਪਣੇ ਹਲਕੇ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਆਪਸੀ ਭਾਈਚਾਰਾ ਨਹੀਂ ਛੱਡਣਾ, ਆਪਸੀ ਸਾਂਝਾਂ ਨਹੀਂ ਛੱਡਣੀਆਂ। ਅਸੀਂ ਗੱਲ ਕਰਦੇ ਹਾਂ ਪੰਜਾਬ ਦੀ। ਰਾਜ ਭਾਗ ਦੂਰ ਦੀਆਂ ਗੱਲਾਂ ਨੇ, ਰਾਜ ਭਾਗ ਤਾਂ ਪਹਿਲਾਂ ਵੀ ਹਟਾਇਆ, ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਨੇ। ਅਸੀਂ ਪੰਜਾਬ 'ਚ ਜੰਮੇ ਹਾਂ, ਪੰਜਾਬ 'ਚ ਪਲੇ ਹਾਂ, ਪੰਜਾਬ 'ਚ ਰਹਿਣਾ। ਅਸੀਂ ਗੱਲ ਕਰਦੇ ਹਾਂ ਪੰਜਾਬ ਦੀ। ਇਹਨਾਂ ਲੋਕਾਂ ਨੂੰ ਇਸ਼ਾਰਾ ਮਿਲਦਾ ਦਿੱਲੀ ਤੋਂ। ਇਹ ਜੋ ਦਿੱਲੀ ਵਾਲੇ ਕਹਿਣਗੇ ਉਹਦੇ ਮੁਤਾਬਕ ਚੱਲਣਗੇ, ਚਾਹੇ ਕਾਂਗਰਸ ਹੈ, ਚਾਹੇ ਆਮ ਪਾਰਟੀ ਹੈ, ਚਾਹੇ ਭਾਰਤੀ ਜਨਤਾ ਪਾਰਟੀ ਹੈ। ਸੋ ਮੈਂ ਸਮਝਦਾ ਕਿ ਇਹ ਜੇ ਇਸੇ ਤਰੀਕੇ ਨਾਲ ਮਾਹੌਲ ਖਰਾਬ ਕਰਨ ਲੱਗੇ ਤਾਂ ਜਿਹੜਾ ਸਾਡਾ ਕਿਸਾਨ ਅੰਦੋਲਨ ਹੈ ਉਹਨੂੰ ਬਦਨਾਮ ਕਰਨ ਲੱਗੇ ਹੋਏ ਨੇ। ਅਸੀਂ ਕਿਸਾਨ ਅੰਦੋਲਨ ਦਾ ਦੱਬ ਕੇ ਸਤਿਕਾਰ ਕਰਦੇ ਹਾਂ। ਸਾਡੀ ਪਾਰਟੀ ਦਾ ਬੱਚਾ ਕਿਸਾਨ ਅੰਦੋਲਨ ਦੇ ਨਾਲ ਖੜਾ। ਖੁਦ ਮੇਰਾ ਬੇਟਾ ਵੀ 7 ਰਾਤਾਂ ਉੱਥੇ ਕੱਟ ਕੇ ਆਇਆ ਕਿਸਾਨ ਅੰਦੋਲਨ ਦੇ ਵਿੱਚ। ਕਹਾਂ ਵੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਖੜੇ ਹਾਂ। ਕਿਸਾਨ ਅੰਦੋਲਨ ਦਾ ਹਰੇਕ ਹੁਕਮ ਅਸੀਂ ਮੰਨਣ ਨੂੰ ਤਿਆਰ ਹਾਂ। ਨੰਗੇ ਪੈਰੀ ਜਿੱਥੇ ਕਹਿਣਗੇ ਉਹਨਾਂ ਦੇ ਲੀਡਰਾਂ ਦੇ ਨਾਲ ਜਵਾਬ ਦੇਣ ਵਾਸਤੇ, ਉਹਨਾਂ ਨਾਲ ਮੀਟਿੰਗਾਂ ਵਾਸਤੇ ਅਸੀਂ ਨੰਗੇ ਪੈਰੀ ਜਾਣ ਨੂੰ ਤਿਆਰ ਹਾਂ। ਲੇਕਿਨ ਜਿਹੜੇ ਮੈਂ ਕਿਸਾਨ ਲੀਡਰਾਂ ਦਾ ਧੰਨਵਾਦ ਵੀ ਕਰਦਾ, ਸਾਰੇ ਲੀਡਰਾਂ ਨੇ ਇਹ ਬਿਆਨ ਵੀ ਦਿੱਤੇ ਨੇ ਕਿ ਜਿਹੜੇ ਲੋਕ, ਸ਼ਰਾਰਤੀ ਲੋਕ ਆ ਕੇ ਕੋਈ ਕਿਸਾਨੀ ਦੀਆਂ ਝੰਡੀਆਂ ਲੈ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆਂ ਨੇ, ਉਹ ਇਹੋ ਜਿਹੇ ਹਾਲਾਤ ਨਾ ਬਣ ਦੇਣ। ਸੋ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਕਿਸਾਨ ਅੰਦੋਲਨ ਦਾ ਅਸੀਂ ਸਤਿਕਾਰ ਕਰਦੇ ਹਾਂ ਤੇ ਕੀਤਾ ਉਹਦੇ ਖਾਤਰ ਜ਼ੋਰ, ਕਿਉਂਕਿ ਅਸੀਂ ਤਾਂ ਆਪ ਕਿਸਾਨ ਹਾਂ। ਕਿਤੇ ਇਹੋ ਜਿਹਾ ਹਾਲਾਤ ਨਾ ਬਣ ਜਾਣ ਪੰਜਾਬ ਦੇ ਵਿੱਚ ਕਿ ਗਵਰਨੀ ਰਾਜ ਲੱਗ ਜਾਵੇ। ਜੇ ਗਵਰਨੀ ਰਾਜ ਪੰਜਾਬ ਦੇ ਵਿੱਚ ਲੱਗ ਗਿਆ, ਸਿੱਧੀ ਸਿੱਧੀ ਬੀਜੇਪੀ ਦੀ ਮਦਦ ਹੈ। ਬੀਜੇਪੀ ਨਹੀਂ ਚਾਹੁੰਦੀ ਕਿ ਪੰਜਾਬ 'ਚ ਚੋਣਾਂ ਹੋਣ, ਬੀਜੇਪੀ ਨਹੀਂ ਚਾਹੁੰਦੀ ਕਿ ਕਿਸਾਨ ਅੰਦੋਲਨ ਕਾਮਯਾਬ ਹੋਵੇ। ਸੋ ਮੈਂ ਸਮਝਦਾ, ਦੇਖਿਓ ਕਿਤੇ ਮੈਂ ਆਪਣੇ ਪਾਰਟੀ ਦੇ, ਬਾਕੀ ਸਾਰੀ ਪਾਰਟੀਆਂ ਦੇ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਬਣਾ ਕੇ ਰੱਖੋ, ਆਪਸੀ ਭਾਈਚਾਰੇ ਦੇ ਤਰੀਕੇ ਨਾ ਪੈਣ ਦੇਵੋ। ਦੇਖਿਓ ਕਿਤੇ ਤੁਹਾਡੇ ਇੰਨੇ ਲਹੂ ਲੁਹਾਨ ਦੇ ਨਾਲ, ਇੰਨੇ ਗੁੱਸੇ ਦੇ ਨਾਲ ਕਿਤੇ ਗਵਰਨੀ ਰਾਜ ਨਾ ਲੱਗ ਜਵੇ, ਫਿਰ ਜਿਹੜੀਆਂ ਕਿਸਾਨੀ ਰੋਲ ਕੇ ਰੱਖ ਦੇਣਗੇ। ਇਹ ਮੇਰੀ ਅਪੀਲ ਹੈ। ਸੋ ਜਿਹੜੀਆਂ ਤੁਸੀਂ ਅੱਜ ਆ ਸਾਰੇ ਜੋ ਅਸੀਂ ਤੁਹਾਡੇ, ਉਹ ਤੁਹਾਨੂੰ ਅਸੀਂ ਕੱਲਾ ਕੱਲਾ ਅਸੀਂ ਪੇਸ਼ ਕਰਾਂਗੇ ਕਿ ਕਿਹੜਾ ਬੰਦਾ ਹਰੀ ਪੱਗ ਬੰਨ੍ਹ ਕੇ ਆਉਂਦਾ, ਝੰਡੀ ਫੜਦਾ ਕਿਸਾਨੀ ਦੀ ਤੇ ਪੋਸਟਰ ਲਾਉਂਦਾ ਝਾੜੂ ਦੇ, ਮੀਟਿੰਗਾਂ ਕਰਦਾ ਝਾੜੂ ਨਾ ਜਾ ਕੇ। ਕੀ ਇਹ ਕਿਸਾਨ ਨੇ? ਇਹ ਕਿਸਾਨ ਨਹੀਂ। ਮੈਂ ਇਹਨਾਂ ਪਾਪੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਕਿਸਾਨਾਂ ਨੂੰ, ਵਿਚਾਰਿਆਂ ਨੂੰ ਬਦਨਾਮ ਨਾ ਕਰੋ। ਕਿਸਾਨ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਸਾ ਨਾ ਹੁੰਦੀ ਕਿਰਤ ਕਮਾਈ ਕਰਕੇ ਪੰਜਾਬ ਦੇ, ਹਿੰਦੁਸਤਾਨ ਦੇ ਲੋਕਾਂ ਦਾ
ਪੇਟ ਭਰਦਾ। ਇਹ ਬहरूਪੀਏ ਇਹ ਇਹੋ ਜਿਹੀਆਂ ਸ਼ਕਲਾਂ ਦਿਖਾ ਕੇ ਕਿਸਾਨੀ ਅੰਦੋਲਨ ਨੂੰ ਢਾਲ ਲਾਉਣ ਲੱਗੇ ਹੋਏ ਨੇ। ਇਹਨਾਂ ਤੋਂ ਮੈਂ ਤੁਹਾਨੂੰ ਵੀ ਪ੍ਰੈਸ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਸੁਚੇਤ ਰਹੋ। ਇਹੋ ਜਿਹੇ ਰੰਗ ਬਰੰਗੇ ਲੋਕਾਂ ਦੀਆਂ ਮੈਂ ਤਾਂ ਸਮਝਦਾ ਖਬਰਾਂ ਨਹੀਂ ਲੱਗਣੀਆਂ ਚਾਹੀਦੀਆਂ, ਕਿਉਂਕਿ ਪੰਜਾਬ ਦੇ ਲੋਕ ਪੰਜਾਬ ਨੇ ਬੜਾ ਸਦਾ ਭਟਕਾਇਆ ਪਹਿਲਾਂ ਵੀ, ਕਿਤੇ ਦੁਬਾਰਾ ਫਿਰ ਪੰਜਾਬ ਉਸੇ ਪੱਠੀ ਦੇ ਵਿੱਚ ਨਾ ਪੈ ਜਾਵੇ। ਇਹ ਚਾਹੁੰਦੇ ਨੇ ਉਹੋ ਜਿਹੀ ਪੱਠੀ ਦੇ ਵਿੱਚ ਪੰਜਾਬ ਨੂੰ ਪਾਉਣਾ। ਸੋ ਮੈਂ ਬੇਨਤੀ ਕਰਦਾ ਪ੍ਰੈਸ ਵਾਲੇ ਵੀਰਾਂ ਨੂੰ ਵੀ ਕਿ ਕਿਰਪਾ ਕਰਕੇ ਸਹੀ ਨੂੰ ਸਹੀ, ਗਲਤ ਨੂੰ ਗਲਤ ਦੱਸਣ ਦੀ ਕੋਸ਼ਿਸ਼ ਕਰਿਓ। ਅਸੀਂ ਆਪਣੇ ਕਾਮਯਾਬ ਹੋਏ ਹਾਂ ਉਸ ਰੈਲੀ ਦੇ ਵਿੱਚ ਸ਼ਾਂਤੀ ਦਾ ਮਾਹੌਲ ਰੱਖਣ ਵਾਸਤੇ। ਜਿਹੜੇ ਤਰੀਕੇ ਨਾਲ ਇਹਨਾਂ ਨੇ ਵਿਗਾੜਨ ਦੀ ਕੋਸ਼ਿਸ਼ ਕੀਤੀ ਸੀ, ਲਹੂ ਲੁਹਾਨ ਹੋ ਸਕਦਾ ਸੀ, ਲੇਕਿਨ ਅਸੀਂ ਆਪਣੇ ਵਰਕਰਾਂ ਦਾ ਇੱਕ ਤਿਲ ਜਿੰਨਾ ਵੀ ਨੁਕਸਾਨ ਨਹੀਂ ਹੋਣਾ ਦੇਣਾ ਚਾਹੁੰਦੇ। ਸੋ ਮੈਂ ਆਪਣੇ ਬੇਟੇ ਨੂੰ ਸਿਮਰਜੀਤ ਨੂੰ ਕਹਿਣਾ ਕਿ ਤੁਹਾਨੂੰ ਸਾਰੀ ਡਿਟੇਲ ਇਹਦੇ ਵਿੱਚ ਦਿਖਾਵੇ। ਪਿੱਛੇ ਆ ਦੇਖੋ ਜੀ, ਉੱਤੇ ਸਲੋਗਨ ਪੜਿਆ ਪਰ ਸ਼ੇਰਾਂ ਦੀਆਂ ਖੱਲਾਂ ਪਾਈ ਬੈਠੇ ਇੱਥੇ ਉੱਤੇ ਆ, ਸਾਡਾ ਮੂਤ ਪੀਣ ਵਾਲਿਆਂ ਤੋਂ ਸੋਚ ਬੜੀ ਉੱਚੇ ਆ, ਪਿੰਡ ਸਾਹਨੇਵਾਲ ਇਹੋ ਜਿਹੇ ਸਲੋਗਨ ਲੈ ਕੇ ਉੱਥੇ ਪਹੁੰਚਿਆ। ਆ ਖੜਾ ਪਿੱਛੇ ਕਿਹਦੇ ਇਸ਼ਾਰੇ ਤੇ ਆਇਆ ਸੀ? ਆਮ ਆਦਮੀ ਪਾਰਟੀ ਭਗਵੰਤ ਮਾਨ ਨਾਲ ਸੈਲਫੀਆਂ ਲਈ ਨਹੀਂ। ਆ ਦੇਖੋ ਜੀ, ਆ ਤੁਹਾਡੇ ਸਾਹਮਣੇ ਆ। ਇਹ ਨੰਬਰ ਘੱਟੋ ਘੱਟ ਸਾਡੇ ਕੋਲੇ 50 ਜਾਣੇ ਦੇ ਚਿਹਰੇ, ਕਿਉਂਕਿ ਇਹਨਾਂ ਦੀ ਗਿਣਤੀ ਇੰਨੀ ਕੀ ਸੀ 40-50 ਜਾਣੇ। ਫਿਰ ਇਹਨਾਂ ਦੇ ਆਪਦੇ ਨਾਲ ਕਾਰਕੁਨ ਜਿਹੜੇ ਇਹਨਾਂ ਦੇ ਪਾਰਟੀ ਦੇ ਬੰਦੇ ਨੇ, ਉਹਨਾਂ ਨੂੰ ਨਾਲ ਲੈ ਕੇ ਇਹ ਉੱਥੇ ਪਹੁੰਚੇ। ਇਸ ਤਰੀਕੇ ਦਾ ਮਾਹੌਲ ਖਰਾਬ ਕੀਤਾ। ਦਿਖਾ ਤਾਂ ਰਹੇ ਅਮਰਿੰਦਰ ਸੇਖੋਂ ਜਿਹੜਾ ਮੁੰਡੀਆਂ, ਇਹਨੇ ਬਹੁਤ ਜ਼ਿਆਦਾ ਉੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਜ਼ਿਆਦਾ ਗਲਤ ਇਹਨੇ ਉੱਥੇ ਲੋਕਾਂ ਨੂੰ ਨਾਅਰੇ ਮਾਰੇ, ਬਹੁਤ ਗਲਤ ਗੱਲਾਂ ਉੱਥੇ ਬੋਲੀਆਂ। ਇਹ ਕਿਹਦੇ ਵੱਲੋਂ ਭੇਜਿਆ ਗਿਆ ਸੀ? ਬੀਬੀ ਬਿੱਟੀ ਨੂੰ। ਬੀਬੀ ਬਿੱਟੀ ਇਹਨੂੰ ਸਰੋਪਾ ਦਿੰਦੀ। ਦੇਖੋ ਆਹ ਦੇਖੋ, ਅਮਰਿੰਦਰ ਸਿੰਘ ਸੇਖੋਂ ਬੀਬੀ ਬਿੱਟੀ ਤੋਂ ਸਰੋਪਾ ਲੈਂਦਾ ਹੋਇਆ। ਇਹ ਬੀਬੀ ਬਿੱਟੀ ਵੱਲੋਂ ਭੇਜਿਆ ਗਿਆ। ਇਹਨਾਂ ਨੇ ਮਾਹੌਲ ਖਰਾਬ ਕੀਤਾ ਉੱਥੇ। ਇਹਨਾਂ ਨੂੰ ਸੁੱਖਾ ਇੱਥੇ ਕਿਸਾਨ ਦੇ ਭੇਸ ਦੇ ਵਿੱਚ ਆ ਖੜਾ, ਹੱਥ ਵਿੱਚ ਕਾਲਾ ਝੰਡਾ ਫੜਿਆ ਹੋਇਆ। ਆਹੀ ਬੰਦਾ ਇੱਥੇ ਇਹਦੇ ਪੱਗ ਨਹੀਂ ਬੰਨੀ ਹੋਈ, ਇੱਥੇ ਪੱਗ ਬੰਨੀ, ਇੱਥੇ ਬੀਬੀ ਨਾਲ ਸੈਲਫੀਆਂ ਕਰਾ ਰਿਹਾ। ਇਹ ਬੀਬੀ ਬਿੱਟੀ ਨੇ ਭੇਜਿਆ ਸੀ ਮਾਹੌਲ ਖਰਾਬ ਕਰਨ ਖਾਤਰ। ਆਹ ਦੇਖ ਲਓ ਧਿਆਨ ਨਾਲ, ਇੱਥੇ ਪੀਲੀ ਪੱਗ ਬੰਨੀ ਹੋਈ ਆ, ਇੱਥੇ ਇਹਨੇ ਪੱਗ ਨਹੀਂ ਬੰਨੀ ਹੋਈ ਮੋਨਾ। ਉੱਥੇ ਬਹੁਤ ਮਾਹੌਲ ਖਰਾਬ ਕੀਤਾ, ਬਹੁਤ ਗਰਮੀ ਇਹਨਾਂ ਨੇ ਉੱਥੇ ਦਿਖਾਈ ਆ। ਉਧਰ ਇੱਥੇ ਸਟੇਜਾਂ ਦੇ ਉੱਤੇ ਖੜ ਕੇ ਦੇਖੋ ਕਿਵੇਂ ਸੈਲਫੀਆਂ ਲਈਆਂ ਜਾ ਰਹੀਆਂ। ਇਹ ਵੀ ਬੀਬੀ ਬਿੱਟੀ ਦੇ ਇਸ਼ਾਰੇ ਤੇ ਪਹੁੰਚਿਆ ਸੀ ਉੱਥੇ।